ਮੇਰਾ ਨਾਂ ਰੀਆ ਹੈ। ਘਰ 'ਚ ਮਾਂ ਨੂੰ ਮਿਲਣ ਉਹਨਾਂ ਦੀ ਸਹੇਲੀ ਆਈ ਤਾਂ ਘਰ ਦੇ ਰਿਵਾਜ਼ ਅਨੁਸਾਰ ਮੇਰੀ ਵੱਡੀ ਭੈਣ ਖੁਸ਼ੀ ਰਸੋਈ 'ਚ ਚਾਹ ਬਣਾਉਣ ਚਲੀ ਗਈ। ਐਨੀ ਦੇਰ 'ਚ ਮੇਰੀ ਦੂਜੀ ਭੈਣ ਹੋਰ ਨਾਸ਼ਤਾ ਤਿਆਰ ਕਰਨ ਲੱਗੀ। ਉਹ ਇੱਕ ਟਰੇ 'ਚ ਸਾਰੇ ਬਰਤਨ, ਨਮਕੀਨ, ਬਿਸਕੁਟ ਵਗੈਰਾ ਸੈੱਟ ਕਰ ਚੁੱਕੀ ਸੀ। ਅਗਲੇ 15 ਮਿੰਟਾਂ ਬਾਅਦ ਖੁਸ਼ੀ ਭੈਣ ਟਰੇ ਲੈ ਕੇ ਮਾਂ ਦੇ ਕਮਰੇ ਵੱਲ ਜਾਣ ਲੱਗੀ ਸੀ ਕਿ ਰਸਤੇ 'ਚ ਉਹਨਾਂ ਦਾ ਪੈਰ ਅੜ ਗਿਆ ਤੇ ਉਹ ਤੇ ਟਰੇ ਦੋਵੇਂ ਡਿੱਗ ਪਏ। ਅਚਾਨਕ ਰੌਲਾ ਸੁਣ ਕੇ ਜਦੋਂ ਮਾਂ ਬਾਹਰ ਆਈ ਤਾਂ ਭੈਣ ਨੂੰ ਦੇਖ ਕੇ ਉਹਨਾਂ ਦੇ ਚਿਹਰੇ ਦਾ ਰੰਗ ਬਦਲ ਗਿਆ। ਭੈਣ ਡਰੀ ਤੇ ਸਹਿਮੀ ਜਿਹੀ ਮਾਂ ਨੂੰ ਦੇਖਣ ਲੱਗੀ। ਮਾਂ ਦੇ ਇੱਕ ਇਸ਼ਾਰੇ ਤੇ ਦੂਜੀ ਭੈਣ ਅੱਗੇ ਆਈ ਤੇ ਭੈਣ ਨੂੰ ਉਠਾ ਕੇ ਲੈ ਗਈ ਤੇ ਉਹਨਾਂ ਨੂੰ ਇੱਕ ਕਮਰੇ 'ਚ ਬੰਦ ਕਰਕੇ ਬਾਹਰੋਂ ਕੁੰਡੀ ਲਗਾ ਦਿੱਤੀ ਤੇ ਫਿਰ ਛੇਤੀ ਛੇਤੀ ਸਭ ਕੁਝ ਚੁੱਕਣ ਲੱਗੀ। ਇਹ ਸਭ ਦੇਖ ਕੇ ਜੋ ਸਹੇਲੀ ਮਾਂ ਨੂੰ ਮਿਲਣ ਆਈ ਸੀ ਜਾਣ ਲੱਗੀ ਤੇ ਬੋਲੀ ਕਿ ਪੂਨਮ ਕੋਈ ਗੱਲ ਨਹੀਂ, ਬੱਚੀ ਨੂੰ ਕੁਝ ਨਾ ਕਹੀਂ। ਉਂਝ ਵੀ ਮੈਂ ਜਾਣ ਹੀ ਲੱਗੀ ਸੀ, ਪਰ ਮਾਂ ਦੇ ਚਿਹਰੇ ਤੇ ਕੋਈ ਨਰਮੀ ਨਾ ਦਿਖਾਈ ਦਿੱਤੀ। ਮਾਂ ਗੁੱਸੇ 'ਚ ਬੋਲੀ ਕਿ ਨਹੀਂ ਸ਼ਾਲੂ, ਇਹਨਾਂ ਲੜਕੀਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਨਾਦਾਨੀਆਂ ਕੀ ਦਰਸਾਉਂਦੀਆਂ ਹਨ। ਕਿ ਉਹਨਾਂ ਦਾ ਪਾਲਣ ਪੋਸ਼ਣ ਪੂਨਮ ਨੇ ਕੀਤਾ ਹੈ? ਨਹੀਂ, ਬਿਲਕੁਲ ਨਹੀਂ। ਮੈਂ ਇਹਨਾਂ ਦੀ ਹਰ ਗਲਤੀ ਬਚਪਨ ਤੋਂ ਮਾਫ ਕਰਦੀ ਆਈ ਹਾਂ, ਪਰ ਹੁਣ ਬਹੁਤ ਹੋ ਗਿਆ। ਮਾਂ ਦੇ ਸ਼ਬਦਾਂ 'ਚ ਕਿਸੇ ਕਿਸਮ ਦੀ ਕੋਈ ਢਿੱਲ ਨਹੀਂ ਸੀ। ਸ਼ਾਲੂ ਜੋ ਕਿ ਮਾਂ ਦੀ ਸਹੇਲੀ ਸੀ, ਉਹ ਵੀ ਠੰਡਾ ਸਾਹ ਲੈ ਕੇ ਉੱਥੋਂ ਚਲੀ ਗਈ, ਕਿਉਂਕਿ ਸਭ ਜਾਣਦੇ ਸਨ ਕਿ ਜਦੋਂ ਮਾਂ ਕੋਈ ਗੱਲ ਕਹਿ ਦੇਵੇ ਜਾਂ ਕਿਸੇ ਵੀ ਚੀਜ਼ ਬਾਰੇ ਸੋਚ ਲਵੇ ਤਾਂ ਕੋਈ ਉਹਨਾਂ ਨੂੰ ਪਿੱਛੇ ਹਟਾਉਣ ਦੀ ਹਿੰਮਤ ਨਹੀਂ ਕਰਦਾ। ਉਸ ਤੋਂ ਬਾਅਦ ਰਾਤ ਨੂੰ ਜੋ ਕੁਝ ਹੋਇਆ ਉਹ ਸਭ ਅਸੀਂ ਸਾਰੀਆਂ ਭੈਣਾਂ ਨੂੰ ਦਹਿਲਾ ਦੇਣ ਲਈ ਕਾਫੀ ਸੀ। ਮਾਂ ਨੇ ਬੇਰਹਿਮਾਂ ਵਾਂਗ ਭੈਣ ਨੂੰ ਰਾਤ ਨੂੰ ਬਾਹਰ ਕੱਢਿਆ ਤੇ ਫਿਰ ਝਿੜਕ ਕੇ ਦੁਬਾਰਾ ਉਸੇ ਕਮਰੇ 'ਚ ਬੰਦ ਕਰ ਦਿੱਤਾ। ਉਸ ਸਮੇਂ ਭੈਣ ਦੀ ਉਮਰ 21 ਸਾਲ ਦੀ ਸੀ ਤੇ ਮਾਂ ਦਾ ਅਜਿਹਾ ਵਿਵਹਾਰ ਅਸੀਂ ਪਹਿਲੀ ਵਾਰ ਦੇਖਿਆ ਸੀ। ਰਾਤ ਨੂੰ ਭੈਣ ਨੂੰ ਕਮਰੇ 'ਚ ਬੰਦ ਕਰਨ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਛੱਤ ਤੇ ਭੇਜ ਦਿੱਤਾ ਕਿ ਕੋਈ ਵੀ ਲੜਕੀ ਹੇਠਾਂ ਨਹੀਂ ਆਵੇਗੀ। ਜੇਕਰ ਕਿਸੇ ਨੇ ਆਪਣੀ ਭੈਣ ਨੂੰ ਦੇਖਣ ਜਾਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਵੀ ਅਜਿਹਾ ਹੀ ਹੋਵੇਗਾ। ਅਸੀਂ ਸਾਰੇ ਪੂਰੀ ਰਾਤ ਜਾਗਦੇ ਰਹੇ ਕਿਉਂਕਿ ਅਜਿਹਾ ਪਹਿਲੀ ਵਾਰ ਹੋਇਆ ਸੀ। ਮਾਂ ਨੇ ਸਾਨੂੰ ਹਰ ਕੰਮ ਸਿਖਾਇਆ ਸੀ, ਪਰ ਪਹਿਲਾਂ ਕਦੇ ਗਲਤੀ ਕਰਦੇ ਤਾਂ ਸਮਝਾ ਕੇ ਛੱਡ ਦਿੰਦੀ ਸੀ, ਪਰ ਕਮਰੇ 'ਚ ਪੂਰੀ ਰਾਤ ਲਈ ਬੰਦ ਕਰਨਾ ਬਹੁਤ ਖਤਰਨਾਕ ਸੀ। ਅਸੀਂ 5 ਭੈਣਾਂ ਸੀ ਤੇ ਮੈਂ ਸਭ ਤੋਂ ਛੋਟੀ ਸੀ। 2 ਭੈਣਾਂ ਜੁੜਵਾ ਸਨ ਤੇ ਮੇਰੀ ਉਮਰ 12 ਸਾਲ ਸੀ। ਰਾਤ ਨੂੰ ਰੋਂਦੇ ਰੋਂਦੇ ਪਤਾ ਨਹੀਂ ਸਾਡੀ ਅੱਖ ਕਦੋਂ ਲੱਗ ਗਈ। ਮੈਂ ਸਵੇਰੇ ਉੱਠੀ ਤਾਂ ਬਾਕੀ ਸਾਰੀਆਂ ਭੈਣਾਂ ਅਜੇ ਸੋ ਰਹੀਆਂ ਸਨ। ਮੈਂ ਜਾਣਦੀ ਸੀ ਕਿ ਜੇਕਰ ਮਾਂ ਨੇ ਸਾਨੂੰ ਇੰਨੀ ਦੇਰ ਤੱਕ ਸੌਂਦੇ ਦੇਖ ਲਿਆ ਤਾਂ ਫਿਰ ਝਿੜਕੇਗੀ। ਇਸ ਲਈ ਸਾਰੀਆਂ ਨੂੰ ਜਲਦੀ ਨਾਲ ਉਠਾਇਆ ਤੇ ਕਿਹਾ ਕਿ ਮਾਂ ਆ ਰਹੀ ਹੈ, ਜਿਸ ਤੇ ਸਾਰੀਆਂ ਇੱਕਦਮ ਉੱਠ ਕੇ ਆਪਣੇ ਆਪਣੇ ਕੰਮ ਕਰਨ ਲੱਗੀਆਂ। ਮੈਂ ਸਭ ਤੋਂ ਛੋਟੀ ਸੀ, ਇਸ ਲਈ ਮੇਰੇ ਜਿੰਮੇ ਕੋਈ ਕੰਮ ਨਹੀਂ ਸੀ। ਸਵੇਰ ਦੇ 10 ਵਜੇ ਮਾਂ ਆਪਣੇ ਕਮਰੇ 'ਚੋਂ ਬਾਹਰ ਆਈ ਤੇ ਉਸ ਕਮਰੇ 'ਚ ਚਲੀ ਗਈ ਜਿੱਥੇ ਭੈਣ ਨੂੰ ਬੰਦ ਕੀਤਾ ਸੀ। ਕੁਝ ਦੇਰ ਬਾਅਦ ਭੈਣ ਕਮਰੇ 'ਚੋਂ ਲੰਗੜਾ ਕੇ ਚੱਲਦੀ ਹੋਈ ਬਾਹਰ ਨਿਕਲੀ ਤੇ ਉਸ ਦੇ ਪਿੱਛੇ ਮਾਂ ਵੀ ਬਾਹਰ ਆ ਗਈ। ਉਹਨਾਂ ਦੇ ਹੱਥਾਂ 'ਚ 500 ਦੇ ਬਹੁਤ ਸਾਰੇ ਨੋਟ ਸਨ। ਭੈਣ ਦੇ ਕਮਰੇ 'ਚੋਂ ਬਾਹਰ ਨਿਕਲਦੇ ਹੀ ਮਾਂ ਨੇ ਉਸ ਕਮਰੇ ਨੂੰ ਬੰਦ ਕਰਕੇ ਤਾਲਾ ਲਾ ਦਿੱਤਾ ਤੇ ਭੈਣ ਨੂੰ ਇੱਕ ਗੋਲੀ ਕੱਢ ਕੇ ਪਾਣੀ ਨਾਲ ਦਿੱਤੀ ਜੋ ਭੈਣ ਨੇ ਖਾ ਲਈ। ਮਾਂ ਨੇ ਸਾਰੀਆਂ ਭੈਣਾਂ ਨੂੰ ਕਿਹਾ ਕਿ ਕੋਈ ਵੀ ਰੌਲਾ ਨਾ ਪਾਵੇ, ਤੁਹਾਡੀ ਭੈਣ ਸੌਣ ਜਾ ਰਹੀ ਹੈ। ਨਾਲ ਹੀ ਉਹ ਭੈਣਾਂ ਨੂੰ ਸਹਾਰਾ ਦੇ ਕੇ ਆਪਣੇ ਕਮਰੇ 'ਚ ਲੈ ਗਈ, ਜਿੱਥੇ ਉਹ ਭੈਣ ਦੇ ਸੌਂਦੇ ਹੀ ਬਾਹਰ ਆਈ ਤੇ ਸਾਡੇ ਸਾਰਿਆਂ ਦੇ ਕੰਮ ਗੌਰ ਨਾਲ ਦੇਖਣ ਲੱਗੀ। ਅਸੀਂ ਸਾਰੇ ਅਜੇ ਤੱਕ ਪਰੇਸ਼ਾਨ ਸੀ। ਕੋਈ ਨਹੀਂ ਜਾਣਦਾ ਸੀ ਕਿ ਮਾਂ ਨੇ ਅਜਿਹਾ ਕੀ ਕੀਤਾ ਹੈ। ਚਲੋ, ਕਮਰੇ 'ਚ ਬੰਦ ਕਰਨ ਵਾਲੀ ਗੱਲ ਤਾਂ ਸਮਝ ਆਉਂਦੀ ਹੈ, ਪਰ ਜਦੋਂ ਉਹ ਕਮਰੇ 'ਚੋਂ ਬਾਹਰ ਨਿਕਲੀ ਤਾਂ ਉਹ ਬੁਰੀ ਤਰ੍ਹਾਂ ਲੰਗੜਾ ਰਹੀ ਸੀ। ਕਿ ਉੱਥੇ ਕੋਈ ਸੀ ਜਿਸਨੇ ਭੈਣ ਨੂੰ ਕੁੱਟਿਆ ਜਾਂ ਕੁਝ ਹੋਰ, ਮੈਨੂੰ ਸਮਝ ਨਹੀਂ ਆ ਰਿਹਾ ਸੀ। ਦੁਪਹਿਰ 1 ਘੰਟਾ ਸਾਰੀਆਂ ਭੈਣਾਂ ਨੂੰ ਸੌਣਾ ਹੁੰਦਾ ਸੀ, ਪਰ ਉਸ ਦਿਨ ਨੀਂਦ ਮੇਰੀਆਂ ਅੱਖਾਂ 'ਚ ਕੋਹਾਂ ਦੂਰ ਸੀ। ਮੈਂ ਜਾਗ ਕੇ ਸੋ ਨਹੀਂ ਸਕੀ ਸੀ। ਮੇਰੇ ਸਾਹਮਣੇ ਭੈਣ ਦਾ ਮੁਰਝਾਇਆ ਤੇ ਬੇਬਸ ਚਿਹਰਾ ਵਾਰ-ਵਾਰ ਆ ਰਿਹਾ ਸੀ। ਮੈਂ ਸੋਚ ਰਹੀ ਸੀ ਕਿ ਜੇਕਰ ਭੈਣ ਦੀ ਗਲਤੀ ਸੀ ਤਾਂ ਮਾਂ ਨੇ ਉਹਨਾਂ ਨੂੰ ਇੰਨੇ ਪਿਆਰ ਨਾਲ ਆਪਣੇ ਕਮਰੇ 'ਚ ਕਿਉਂ ਸਵਾਇਆ। ਹੁਣ ਇੱਕ ਨਵਾਂ ਸਵਾਲ ਮੇਰੇ ਦਿਮਾਗ 'ਚ ਵਾਰ-ਵਾਰ ਘੁੰਮ ਰਿਹਾ ਸੀ। ਮੇਰੇ ਪਾਪਾ ਸਾਰਾ ਦਿਨ ਬਾਹਰ ਬੈਠੇ ਜੂਏ ਦੀ ਬਾਜੀ ਤੇ ਬਾਜੀ ਲਾਉਂਦੇ ਸੀ। ਮਾਂ ਸਾਰਾ ਦਿਨ ਅੰਦਰ ਆਪਣਾ ਖੂਨ ਮਚਾਉਂਦੀ ਰਹਿੰਦੀ। ਉਹਨਾਂ ਨੇ ਕਈ ਵਾਰ ਪਾਪਾ ਨੂੰ ਮਨਾ ਕੀਤਾ ਸੀ ਕਿ ਇਹ ਧੀਆਂ ਵਾਲਾ ਘਰ ਹੈ, ਘਰ ਦੇ ਬਾਹਰ ਅਜਿਹੀਆਂ ਹਰਕਤਾਂ ਨਾ ਕਰਿਆ ਕਰੋ, ਪਰ ਪਾਪਾ ਕੁਝ ਸਮਝਣ ਨੂੰ ਤਿਆਰ ਹੀ ਨਹੀਂ ਸਨ। ਉਹ ਸਾਰਾ ਦਿਨ ਜੂਆ ਖੇਡਦੇ ਰਹਿੰਦੇ ਤੇ ਰਾਤ ਨੂੰ ਨਸ਼ਾ ਕਰਨ ਕਰਕੇ ਉਹਨਾਂ ਦੀ ਹਾਲਤ ਅਜਿਹੀ ਹੋ ਜਾਂਦੀ ਕਿ ਮਾਂ ਉਹਨਾਂ ਨੂੰ ਫੜ ਕੇ ਘਰ ਲਿਆਉਂਦੀ, ਪਰ ਉਹ ਉਹਨਾਂ ਨੂੰ ਗਾਲਾਂ ਕੱਢ ਕੇ
ਬਾਹਰ ਨਿਕਲ ਜਾਂਦੀ। ਮਾਂ ਫਿਰ ਹਿੰਮਤ ਕਰਕੇ ਉਹਨਾਂ ਨੂੰ ਅੰਦਰ ਬੁਲਾਉਂਦੀ ਤਾਂ ਉਹ ਮਾਂ ਨੂੰ ਕੁੱਟ-ਕੁੱਟ ਕੇ ਅਧਮਰਾ ਕਰਨ ਤੋਂ ਬਾਅਦ ਘਰ ਦੇ ਦਰਵਾਜ਼ੇ ਤੇ ਬੇਹੋਸ਼ੀ ਦੀ ਹਾਲਤ 'ਚ ਡਿੱਗ ਜਾਂਦੀ। ਇਸ ਸਭ ਤੋਂ ਪਹਿਲਾਂ ਮਾਂ ਸਾਨੂੰ ਸਾਰੀਆਂ ਭੈਣਾਂ ਨੂੰ ਕਮਰੇ 'ਚ ਭੇਜ ਦਿੰਦੀ ਤੇ ਬਾਹਰੋਂ ਤਾਲਾ ਲਾ ਦਿੰਦੀ, ਕਿਉਂਕਿ ਸ਼ਾਇਦ ਉਹ ਸਾਨੂੰ ਪਾਪਾ ਦੇ ਇਸ ਵਿਵਹਾਰ ਤੋਂ ਬਚਾਉਣਾ ਚਾਹੁੰਦੀ ਸੀ। ਅਕਸਰ ਪਾਪਾ ਸ਼ਰਾਬ ਦੇ ਨਸ਼ੇ 'ਚ ਐਨੇ ਮਦਹੋਸ਼ ਹੁੰਦੇ ਕਿ ਮਾਂ ਨੂੰ ਵੇਚਣ ਦੀਆਂ ਗੱਲਾਂ ਕਰਦੇ, ਪਰ ਮਾਂ ਬਹੁਤ ਹਿੰਮਤੀ ਔਰਤ ਸੀ। ਉਹ ਕਦੇ ਵੀ ਪਾਪਾ ਦੀਆਂ ਇਹਨਾਂ ਗੱਲਾਂ ਤੋਂ ਘਬਰਾਈ ਨਹੀਂ ਸੀ, ਸਗੋਂ ਡਟ ਕੇ ਮੁਕਾਬਲਾ ਕਰਦੀ, ਜਿਸ ਨੂੰ ਦੇਖ ਕੇ ਪਾਪਾ ਹੈਰਾਨ ਰਹਿ ਜਾਂਦੇ ਤੇ ਪੁੱਛਦੇ ਕਿ ਪੂਨਮ ਤੂੰ ਔਰਤ ਹੈ ਜਾਂ ਮਰਦ। ਐਨੀ ਹਿੰਮਤ ਤਾਂ ਮੇਰੇ 'ਚ ਵੀ ਨਹੀਂ ਹੈ। ਪਰ ਮਾਂ ਕਦੇ ਇਸ ਗੱਲ ਤੇ ਸ਼ਰਮਾਈ ਨਹੀਂ, ਸਗੋਂ ਉਲਟਾ ਗੁੱਸੇ 'ਚ ਕਹਿੰਦੀ ਕਿ ਮੇਰੇ ਕੋਲ ਤੁਹਾਡੇ ਲਈ ਇੱਕ ਪੈਸਾ ਨਹੀਂ ਹੈ। ਮੈਂ ਜਿਵੇਂ ਤਿਵੇਂ ਇਹ ਘਰ ਬਣਾਇਆ ਹੈ ਤੇ ਤੈਨੂੰ ਇਸ ਘਰ 'ਚ ਰੱਖ ਰਹੀ ਹਾਂ। ਤੂੰ ਮੇਰਾ ਅਹਿਸਾਨ ਮੰਨ, ਇਹ ਬਹੁਤ ਹੈ। ਜੇਕਰ ਤੂੰ ਕੋਈ ਤੋੜ-ਫੋੜ ਕੀਤੀ ਤਾਂ ਤੈਨੂੰ ਇੱਥੋਂ ਬਾਹਰ ਕੱਢ ਦਿਆਂਗੀ। ਸਾਡਾ ਘਰ ਕੋਈ ਕੋਠੀ ਨਹੀਂ ਸੀ, ਬਸ ਇਸ 'ਚ ਮਾਰਬਲ ਦਾ ਕੰਮ ਹੋਇਆ ਸੀ ਤੇ ਇੱਕ ਵਧੀਆ ਜਿਹਾ ਡਰਾਇੰਗ ਰੂਮ ਸੀ। ਮਾਂ ਲਈ ਇਹ ਕੋਠੀ ਤੋਂ ਘੱਟ ਨਹੀਂ ਸੀ। ਮਾਂ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਪਾਪਾ ਮਾਂ ਨੂੰ ਮਨਾਉਣ ਲੱਗਦੇ ਕਿ ਉਸ ਨੂੰ ਥੋੜੇ ਜਿਹੇ ਪੈਸੇ ਦੇ ਦੇਵੇ। ਉਹ ਕਹਿੰਦੇ ਕਿ ਪੂਨਮ ਥੋੜੇ ਜਿਹੇ ਤਾਂ ਪੈਸੇ ਦੇ ਦੇ, ਕਿ ਤੂੰ ਚਾਹੁੰਦੀ ਹੈ ਕਿ ਤੇਰਾ ਪਤੀ ਜੂਆ ਖੇਡਣ ਬੈਠੇ ਤਾਂ ਇੱਕ ਵੀ ਪੈਸਾ ਉਸ ਦੀ ਜੇਬ 'ਚੋਂ ਨਾ ਨਿਕਲੇ। ਪਰ ਮਾਂ ਦੀ ਨਾ ਕਦੇ ਵੀ ਹਾਂ 'ਚ ਨਾ ਬਦਲਦੀ। ਫਿਰ ਰਾਤ ਦੇ ਨਸ਼ੇ ਜਦੋਂ ਪਾਪਾ ਮਾਂ ਨੂੰ ਕੁੱਟਦੇ ਤਾਂ ਅਲਮਾਰੀ 'ਚ ਪਏ ਸਾਰੇ ਪੈਸੇ ਪਾਪਾ ਨੂੰ ਦੇ ਦਿੰਦੀ ਸੀ, ਪਰ ਅਗਲੇ ਦਿਨ ਮਾਂ ਕੋਲ ਫਿਰ ਢੇਰ ਸਾਰੇ ਪੈਸੇ ਹੁੰਦੇ ਸਨ। ਅਸੀਂ ਸਾਰੀਆਂ ਭੈਣਾਂ ਹੈਰਾਨ ਹੁੰਦੀਆਂ ਕਿ ਪਾਪਾ ਵੀ ਨਹੀਂ ਕਮਾਉਂਦੇ ਤੇ ਮਾਂ ਵੀ ਕੋਈ ਕੰਮ ਨਹੀਂ ਕਰਦੀ, ਪਰ ਫਿਰ ਇੰਨੇ ਸਾਰੇ ਪੈਸੇ ਕਿੱਥੋਂ ਆ ਜਾਂਦੇ ਹਨ। ਪਰ ਇਹ ਗੱਲ ਮਾਂ ਤੋਂ ਪੁੱਛਣ ਦੀ ਕਿਸੇ 'ਚ ਹਿੰਮਤ ਨਹੀਂ ਸੀ। ਅਸੀਂ ਸਾਰੇ ਮਾਂ ਤੋਂ ਬਹੁਤ ਡਰਦੇ ਸੀ ਤੇ ਇਹ ਡਰ ਦੁੱਗਣਾ ਹੋ ਜਾਂਦਾ ਸੀ ਜਦੋਂ ਪਾਪਾ ਸਾਡੇ ਸਾਹਮਣੇ ਆ ਜਾਂਦੇ। ਮਾਂ ਨੇ ਵੀ ਸਾਨੂੰ ਸਖਤੀ ਨਾਲ ਕਿਹਾ ਸੀ ਕਿ ਜਦੋਂ ਤੁਹਾਡਾ ਪਿਤਾ ਨਸ਼ੇ 'ਚ ਹੋਵੇ ਤਾਂ ਕਦੇ ਵੀ ਉਸਦੇ ਸਾਹਮਣੇ ਨਹੀਂ ਆਉਣਾ ਤੇ ਦਰਵਾਜ਼ਾ ਬੰਦ ਕਰਕੇ ਕਮਰੇ 'ਚ ਬੈਠ ਜਾਇਓ। ਮਾਂ ਸਾਨੂੰ ਸਾਰਿਆਂ ਨੂੰ ਛੱਤ ਤੇ ਪਾ ਕੇ ਜਿਸ ਕਮਰੇ 'ਚ ਭੈਣ ਨੂੰ ਬੰਦ ਕੀਤਾ ਸੀ ਉਸ ਕਮਰੇ 'ਚ ਤਾਲਾ ਲਾ ਦਿੰਦੀ ਤੇ ਖੁਦ ਬਾਹਰ ਬੈਠੀ ਰਹਿੰਦੀ। ਅਸੀਂ ਸਾਰੀਆਂ ਭੈਣਾਂ ਨੇ ਇੱਕ ਦੋ ਵਾਰ ਭੈਣ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਕਿ ਤੇਰੀ ਲੱਤ ਨੂੰ ਕੀ ਹੋਇਆ ਸੀ, ਤੂੰ ਲੰਗੜਾ ਕਿਉਂ ਰਹੀ ਸੀ, ਜਿਸ ਤੇ ਉਹ ਚੁੱਪ ਕਰਕੇ ਸਿਰ ਝੁਕਾ ਲੈਂਦੀ ਤੇ ਕੁਝ ਨਾ ਬੋਲੀ। ਭੈਣ ਦੀ ਚੁੱਪ ਤੇ ਸਾਰੀਆਂ ਭੈਣਾਂ ਨੇ ਉਸ ਤੋਂ ਪੁੱਛਣਾ ਹੀ ਬੰਦ ਕਰ ਦਿੱਤਾ। ਪਰ ਮੇਰੇ ਅੰਦਰ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸਨ। ਮੈਂ ਲਗਭਗ 3 ਦਿਨ ਭੈਣ ਦਾ ਸਿਰ ਖਾਧਾ, ਪਰ ਉਹ ਟਸ ਤੋਂ ਮਸ ਨਾ ਹੋਈ ਤੇ ਮੈਨੂੰ ਕੁਝ ਨਾ ਦੱਸਿਆ। ਆਖਰ ਇੱਕ ਦਿਨ ਜਦੋਂ ਮੈਂ ਬਹੁਤ ਜ਼ਿਆਦਾ ਤੰਗ ਕੀਤਾ ਤਾਂ ਉਹਨਾਂ ਨੇ ਮੇਰੇ ਮੂੰਹ ਤੇ ਥੱਪੜ ਮਾਰ ਦਿੱਤਾ ਤੇ ਫਿਰ ਚੀਕ ਕੇ ਬੋਲੀ ਕਿ ਤੂੰ ਅਜੇ ਛੋਟੀ ਹੈ, ਚੰਗੀ ਤਰ੍ਹਾਂ ਕੰਮ ਕਰਿਆ ਕਰ, ਕਿਸੇ ਕੰਮ 'ਚ ਕੋਈ ਗਲਤੀ ਨਾ ਕਰਿਆ ਕਰ, ਨਹੀਂ ਤਾਂ ਮੇਰੇ ਵਰਗੀ ਸਜ਼ਾ ਤੈਨੂੰ ਵੀ ਮਿਲੇਗੀ ਤੇ ਤੈਨੂੰ ਰੱਬ ਦੀ ਸਹੁੰ ਹੁਣ ਮੇਥੋਂ ਕੁਛ ਨਾ ਪੁੱਛੀ। ਕੀ ਹੋਇਆ ਸੀ? ਮੈਂ ਆਪਣਾ ਸਵਾਲ ਭੁੱਲ ਗਈ ਤੇ ਭੈਣ ਨਾਲ ਬਹੁਤ ਜ਼ਿਆਦਾ ਗੁੱਸੇ ਹੋਈ ਤੇ ਗੁੱਸੇ 'ਚ ਕਮਰੇ 'ਚੋਂ ਬਾਹਰ ਆ ਗਈ। ਮੈਂ ਬਸ ਇਹੀ ਸੋਚ ਰਹੀ ਸੀ ਕਿ ਮੈਂ ਤਾਂ ਬਸ ਇਹੀ ਪੁੱਛਣਾ ਸੀ ਕਿ ਭੈਣ ਲੰਗੜਾ ਕੇ ਕਿਉਂ ਚੱਲ ਰਹੀ ਸੀ, ਪਰ ਭੈਣ ਨੇ ਕਿੰਨੀ ਜ਼ੋਰ ਦੀ ਥੱਪੜ ਮਾਰਿਆ। ਹੁਣ ਮੈਂ ਕਦੇ ਉਹਨਾਂ ਨਾਲ ਗੱਲ ਨਹੀਂ ਕਰਾਂਗੀ। ਹੁਣ ਮਾਂ ਰੋਜ਼ਾਨਾ ਵਾਂਗ ਹੀ ਭੈਣ ਦੇ ਕੰਮਾਂ 'ਚ ਕਮੀਆਂ ਕੱਢਦੀ ਤੇ ਭੈਣ ਨੂੰ ਉਸ ਕਮਰੇ 'ਚ ਭੇਜ ਦਿੰਦੀ ਤੇ ਅਗਲੇ ਦਿਨ ਵਿਚਾਰੀ ਲੰਗੜਾਉਂਦੇ ਹੋਏ ਬਾਹਰ ਨਿਕਲਦੀ। ਮੈਨੂੰ ਇਹ ਦੇਖ ਕੇ ਭੈਣ ਤੇ ਤਰਸ ਆਉਂਦਾ ਸੀ ਤੇ ਮਾਂ ਲਈ ਨਫ਼ਰਤ ਵੱਧ ਜਾਂਦੀ ਸੀ। ਜੇਕਰ ਸਜ਼ਾ ਹੀ ਦੇਣੀ ਸੀ ਤਾਂ ਫਿਰ ਸਵੇਰੇ ਆਰਾਮ ਦੀ ਗੋਲੀ ਕਿਉਂ ਖਵਾਉਂਦੀ ਸੀ। ਮੇਰਾ ਗੁੱਸਾ 6-7 ਦਿਨਾਂ 'ਚ ਖਤਮ ਹੋ ਚੁੱਕਿਆ ਸੀ, ਕਿਉਂਕਿ ਮੈਥੋਂ ਭੈਣ ਦੀ ਤਕਲੀਫ ਦੇਖੀ ਨਹੀਂ ਜਾਂਦੀ ਸੀ। ਇੱਕ ਦਿਨ ਜਦੋਂ ਮੇਰੀ ਦੂਜੀ ਭੈਣ ਤਨੂੰ ਤੋਂ ਸਬਜ਼ੀ ਸੜ ਗਈ ਤਾਂ ਮਾਂ ਬਹੁਤ ਜ਼ਿਆਦਾ ਗੁੱਸਾ ਹੋਈ ਤੇ ਰਾਤ ਦੇ ਸਮੇਂ ਮੇਰੀ ਉਸ ਭੈਣ ਨੂੰ ਵੀ ਉਸ ਕਮਰੇ 'ਚ ਬੰਦ ਕਰਕੇ ਤਾਲਾ ਲਾ ਦਿੱਤਾ। ਸਾਨੂੰ ਸਾਰੀਆਂ ਭੈਣਾਂ ਨੂੰ ਛੱਤ ਤੇ ਭੇਜ ਕੇ ਬਾਹਰ ਕੁਰਸੀ ਰੱਖ ਕੇ ਬੈਠ ਗਈ। ਅਸੀਂ ਸਾਰੀਆਂ ਭੈਣਾਂ ਨੂੰ ਹੁਣ ਆਦਤ ਹੋ ਚੁੱਕੀ ਸੀ, ਜਿਸ ਕਰਕੇ ਅਸੀਂ ਸਾਰੀਆਂ ਸੋ ਗਈਆਂ। ਪਰ ਰਾਤ ਨੂੰ ਜਦੋਂ ਮੇਰੀ ਅੱਖ ਖੁੱਲੀ ਤਾਂ ਖੁਸ਼ੀ ਭੈਣ ਗੋਡਿਆਂ ਸਿਰ ਦੇ ਕੇ ਬੈਠੀ ਸੀ। ਮੈਨੂੰ ਲੱਗਿਆ ਕਿ ਸ਼ਾਇਦ ਉਹਨਾਂ ਦੀਆਂ ਲੱਤਾਂ 'ਚ ਦਰਦ ਹੋ ਰਿਹਾ ਹੈ, ਜਿਸ ਕਰਕੇ ਉਹ ਇਸ ਤਰ੍ਹਾਂ ਬੈਠੀ ਹੈ। ਮੈਂ ਭੈਣ ਕੋਲ ਗਈ ਤੇ ਉਹਨਾਂ ਦਾ ਸਿਰ ਚੁੱਕਿਆ ਤਾਂ ਉਹ ਬਹੁਤ ਜ਼ਿਆਦਾ ਰੋ ਰਹੀ ਸੀ। ਮੈਂ ਘਬਰਾ ਗਈ ਕਿਉਂਕਿ ਮੈਨੂੰ ਲੱਗਿਆ ਕਿ ਭੈਣ ਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ। ਪਤਾ ਨਸ਼ੇ ਕਰਕੇ ਪਏ ਹੋਏ ਹੋਣਗੇ ਤਾਂ ਭੈਣ ਨੂੰ ਡਾਕਟਰ ਕੋਲ ਕੌਣ ਲੈ ਕੇ ਜਾਵੇਗਾ। ਮੈਂ ਭੈਣ ਨੂੰ ਕਿਹਾ ਕਿ ਭੈਣ ਕੀ ਹੋਇਆ, ਦਰਦ ਹੋ ਰਿਹਾ ਹੈ, ਮਾਂ ਨੂੰ ਬੁਲਾਵਾਂ। ਭੈਣ ਨੇ ਮੇਰੀ ਪਹਿਲੀ ਗੱਲ ਤੇ ਕੋਈ ਜਵਾਬ ਨਾ ਦਿੱਤਾ, ਪਰ ਜਦੋਂ ਮੈਂ ਮਾਂ ਨੂੰ ਬੁਲਾਉਣ ਦੀ ਗੱਲ ਕਹੀ ਤਾਂ ਉਹ ਤੜਪ ਗਈ ਤੇ ਛੇਤੀ ਆਪਣੇ ਹੰਝੂ ਪੂੰਝ ਲਏ। ਨਹੀਂ ਰਿਆ, ਮਾਂ ਨੂੰ ਨਹੀਂ ਬੁਲਾਉਣਾ ਤੇ ਮੇਰੇ ਦਰਦ ਨਹੀਂ ਹੋ ਰਿਹਾ, ਮੈਂ ਕਿਸੇ ਹੋਰ ਕਾਰਨ ਕਰਕੇ ਰੋ ਰਹੀ ਹਾਂ। ਇਹ ਗੱਲ ਸੁਣ ਕੇ ਮੇਰਾ ਸ਼ੱਕ ਫਿਰ ਵੱਧ ਗਿਆ। ਕਿਹੜੀ ਗੱਲ ਹੈ ਭੈਣ, ਮੈਨੂੰ ਵੀ ਦੱਸ। ਮੈਂ ਭੈਣ ਦੇ ਨੇੜੇ ਗਈ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਭੈਣ ਮੈਨੂੰ ਸਭ ਕੁਝ ਦੱਸ ਦੇਵੇਗੀ, ਪਰ ਅਜਿਹਾ ਕੁਝ ਨਹੀਂ ਹੋਇਆ ਤੇ ਉਹਨਾਂ ਮੈਨੂੰ ਕੁਝ ਨਾ ਦੱਸਿਆ। ਉਹਨਾਂ ਸਿਰਫ ਇੰਨਾ
ਕਿਹਾ ਕਿ ਰੀਆ ਤੂੰ ਕੋਈ ਵੀ ਗਲਤੀ ਕਦੇ ਨਾ ਕਰੀ, ਇੰਨਾ ਚੰਗਾ ਕੰਮ ਕਰਨਾ ਕਿ ਤੈਨੂੰ ਮਾਂ ਕਦੇ ਵੀ ਕੋਈ ਸਜ਼ਾ ਨਾ ਦੇ ਸਕੀ। ਮੈਂ ਉਹਨਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੀ ਸੀ। ਫਿਰ ਪੁੱਛਿਆ ਕਿ ਭੈਣ ਤੂੰ ਕਿਉਂ ਰੋ ਰਹੀ ਹੈ। ਫਿਰ ਭੈਣ ਨੇ ਕਿਹਾ ਕਿ ਕੁਝ ਨਹੀਂ, ਬਸ ਤੈਨੂੰ ਦੀ ਫਿਕਰ ਹੋ ਰਹੀ ਹੈ ਜਿਸ ਨੂੰ ਮਾਂ ਨੇ ਕਮਰੇ 'ਚ ਬੰਦ ਕਰ ਦਿੱਤਾ ਹੈ। ਮੈਂ ਇਸ ਲਈ ਰੋ ਰਹੀ ਹਾਂ ਕਿ ਵਿਚਾਰੀ ਕਿਵੇਂ ਰਹੇਗੀ ਉੱਥੇ। ਮੈਨੂੰ ਭੈਣ ਦੀ ਗੱਲ ਨਾਲ ਬਸ ਥੋੜੀ ਜਿਹੀ ਸਹਿਮਤੀ ਸੀ। ਦੁੱਖ ਤਾਂ ਹੋਣਾ ਚਾਹੀਦਾ, ਪਰ ਤੁਸੀਂ ਵੀ ਦੇਖੋ ਤੈਨੂੰ ਭੈਣ ਨੇ ਸਬਜ਼ੀ ਕਿੰਨੀ ਬੁਰੀ ਤਰੀਕੇ ਨਾਲ ਸਾੜੀ ਤੇ ਨਤੀਜੇ 'ਚ ਅਸੀਂ ਅੱਜ ਰਾਤ ਤੱਕ ਖਾਣਾ ਵੀ ਨਹੀਂ ਖਾਧਾ। ਮੇਰੀ ਗੱਲ ਸੁਣ। ਭੈਣ ਦੀਆਂ ਰੋਂਦੀਆਂ ਅੱਖਾਂ ਇੱਕਦਮ ਛੋਟੀਆਂ ਹੋਈਆਂ ਤੇ ਫਿਰ ਉਹਨਾਂ ਨੇ ਮੇਰੀ ਕਮਰ ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ। ਕਿੰਨੀ ਖੁਦਗਰਜ਼ ਹੈ ਤੂੰ ਰੀਆ। ਉਧਰ ਤੇਰੀ ਭੈਣ ਨੂੰ ਸਜ਼ਾ ਮਿਲ ਰਹੀ ਹੈ ਤੇ ਤੂੰ ਅਜਿਹੀਆਂ ਗੱਲਾਂ ਕਰਕੇ ਮੇਰਾ ਦਿਲ ਸਾੜਨ ਤੇ ਤੁਲੀ ਹੋਈ ਹੈ। ਪ੍ਰਾਰਥਨਾ ਕਰ ਕਿ ਕਦੇ ਤੇਰੇ ਤੇ ਇਹ ਸਮਾਂ ਨਾ ਆਵੇ ਜਦੋਂ ਤੈਨੂੰ ਪਤਾ ਲੱਗੇ ਕਿ ਅਸਲੀ ਦੁੱਖ ਕੀ ਹੁੰਦਾ ਹੈ। ਮੇਰਾ ਸਾਰਾ ਗੁੱਸਾ ਝੱਗ ਵਾਂਗ ਬੈਠ ਗਿਆ। ਮੈਂ ਆਪਣੀ ਭੈਣ ਨੂੰ ਘੂਰਦੀ ਹੋਈ ਵਾਪਸ ਆਪਣੀ ਥਾਂ ਤੇ ਆ ਕੇ ਪੈ ਗਈ। ਅਗਲੇ ਦਿਨ ਜਦੋਂ ਮਾਂ ਨੇ ਤੈਨੂੰ ਭੈਣ ਨੂੰ ਵੀ ਕਮਰੇ ਚੋਂ ਬਾਹਰ ਕੱਢਿਆ ਤਾਂ ਉਹਨਾਂ ਨੇ ਇੱਕ ਗੋਲੀ ਦੇ ਕੇ ਆਪਣੇ ਕਮਰੇ 'ਚ ਪਾ ਦਿੱਤਾ ਤੇ ਸਾਨੂੰ ਸਾਰੀਆਂ ਭੈਣਾਂ ਨੂੰ ਮਨਾ ਕਰ ਦਿੱਤਾ ਕਿ ਰੌਲਾ ਬਿਲਕੁਲ ਨਾ ਪਾਇਓ। ਜੇਕਰ ਕਿਸੇ ਨੇ ਰੌਲਾ ਪਾਇਆ ਤਾਂ ਚੰਗਾ ਨਹੀਂ ਹੋਵੇਗਾ। ਮਾਂ ਦੇ ਸ਼ਬਦ ਸਾਨੂੰ ਹਮੇਸ਼ਾ ਹੀ ਡਰਾ ਦਿੰਦੇ ਸਨ। ਮੈਂ ਹੁਣ ਸੋਚ ਲਿਆ ਸੀ ਕਿ ਸ਼ਾਮ ਨੂੰ ਤੈਨੂੰ ਭੈਣ ਤੋਂ ਪੁੱਛਾਂਗੀ। ਮੈਨੂੰ ਵਿਸ਼ਵਾਸ ਹੈ ਕਿ ਅੱਜ ਸਭ ਕੁਝ ਪਤਾ ਲੱਗ ਜਾਵੇਗਾ। ਪਰ ਮੇਰੀ ਕਿਸਮਤ ਸ਼ਾਮ ਨੂੰ ਜਦੋਂ ਉਹ ਸੋ ਕੇ ਬਾਹਰ ਨਿਕਲੀ ਤਾਂ ਚੁੱਪਚਾਪ ਘਰ ਦੇ ਕੰਮਾਂ 'ਚ ਲੱਗ ਗਈ। ਮੈਂ ਜੋ ਕੰਮ ਤੋਂ ਦੂਰ ਭੱਜਦੀ ਸੀ ਆਪਣੀ ਭੈਣ ਦਾ ਹੱਥ ਵਟਾਉਣ ਲੱਗੀ ਤੇ ਗੱਲਾਂ ਹੀ ਗੱਲਾਂ 'ਚ ਪੁੱਛਿਆ ਕਿ ਤੈਨੂੰ ਭੈਣ ਤੁਹਾਡੀ ਲੱਤ 'ਚ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਕੀ ਦਬਾ ਦੇਵਾਂ। ਪਰ ਦੂਜੇ ਪਾਸੇ ਬਿਲਕੁਲ ਚੁੱਪ ਰਹੀ। ਮੈਂ 3-4 ਵਾਰ ਇਹੀ ਗੱਲ ਪੁੱਛੀ, ਪਰ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਮੈਂ ਕੰਮ ਛੱਡ ਗੁੱਸੇ 'ਚ ਬੋਲੀ ਕਿ ਪਤਾ ਨਹੀਂ ਰੱਬ ਵੱਡੀਆਂ ਭੈਣਾਂ ਬਣਾਉਂਦਾ ਹੀ ਕਿਉਂ ਹੈ। ਜਿਨ੍ਹਾਂ ਤੋਂ ਕੁਝ ਵੀ ਪੁੱਛੋ ਬਸ ਚੁੱਪ ਵੱਟ ਲੈਂਦੀਆਂ ਹਨ। ਮੇਰੀ ਗੱਲ ਸੁਣ ਕੇ ਉਹਨਾਂ ਨੇ ਬਹੁਤ ਹੀ ਦੁੱਖ ਨਾਲ ਕਿਹਾ ਕਿ ਰੀਆ ਜੇਕਰ ਅਸੀਂ ਇਸ ਗੱਲ ਦਾ ਜਵਾਬ ਨਹੀਂ ਦੇ ਰਹੀਆਂ ਤਾਂ ਕੀ ਇਹ ਚੰਗੀ ਗੱਲ ਨਹੀਂ ਕਿ ਤੂੰ ਇਹ ਸਵਾਲ ਵਾਰ-ਵਾਰ ਨਾ ਪੁੱਛ। ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਨਾ ਦੇਣ ਦਾ ਵੀ ਇੱਕ ਕਾਰਨ ਹੈ ਤੇ ਤੂੰ ਅਜੇ ਬਹੁਤ ਛੋਟੀ ਹੈ ਫਾਲਤੂ ਦੇ ਸਵਾਲ ਜਵਾਬ ਕਰਨ ਤੇ। ਚੰਗਾ ਹੈ ਤੂੰ ਚੰਗੀ ਤਰ੍ਹਾਂ ਕੰਮ ਕਰਿਆ ਕਰ, ਪ੍ਰਾਰਥਨਾ ਕਰਿਆ ਕਰ ਕਿ ਕਦੇ ਤੇਰੇ ਤੋਂ ਕੋਈ ਗਲਤੀ ਨਾ ਹੋਵੇ। ਇੰਨਾ ਕਹਿ ਕੇ ਤੈਨੂੰ ਭੈਣ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਮੈਂ ਵੀ ਡਰ ਕੇ ਉੱਥੋਂ ਚਲੀ ਗਈ। ਇਹ ਕੀ ਹਰ ਕੋਈ ਪ੍ਰਾਰਥਨਾ ਹੀ ਕਰਵਾ ਰਿਹਾ ਸੀ ਕਿ ਮੇਥੋਂ ਕੋਈ ਗਲਤੀ ਨਾ ਹੋਵੇ। ਕੀ ਪਤਾ ਮਾਂ ਕਿਹੋ ਜਿਹੀ ਭਿਆਨਕ ਸਜ਼ਾ ਦਿੰਦੀ ਹੈ। ਇਸ ਲਈ ਚੰਗਾ ਹੈ ਮੈਂ ਸੱਚ 'ਚ ਕੋਈ ਗਲਤੀ ਨਾ ਕਰਾਂ। ਮੈਂ ਰਾਤ ਨੂੰ ਇਹ ਸਭ ਸੋਚਦੇ ਹੋਏ ਸੋ ਗਈ। ਅਗਲੇ ਦਿਨ ਉੱਠੀ ਤਾਂ ਸਾਡੇ ਘਰ 'ਚ ਮਜ਼ਦੂਰ ਕੰਮ ਕਰ ਰਹੇ ਸਨ। ਅਸੀਂ ਸਾਰੀਆਂ ਭੈਣਾਂ ਬਹੁਤ ਹੈਰਾਨ ਹੋਈਆਂ ਕਿਉਂਕਿ ਅਜੇ 3 ਮਹੀਨੇ ਪਹਿਲਾਂ ਹੀ ਤਾਂ ਮਾਂ ਨੇ ਇਹ ਘਰ ਦੁਬਾਰਾ ਬਣਵਾਇਆ ਸੀ। ਫਿਰ ਹੁਣ ਕਿਉਂ ਮਜ਼ਦੂਰ ਬੁਲਾਏ ਹਨ। ਮੈਂ ਮਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਮੈਨੂੰ ਗੁੱਸੇ ਵਾਲੀਆਂ ਨਜ਼ਰਾਂ ਨਾਲ ਘੂਰਿਆ ਤੇ ਸਖਤ ਲਹਿਜੇ 'ਚ ਕਿਹਾ ਕਿ ਅੰਦਰ ਜਾਓ। ਮੈਂ ਡਰ ਕੇ ਕਮਰੇ ਚਲੀ ਗਈ। ਸਾਡੇ ਘਰ 'ਚ ਕੋਈ ਅਣਜਾਣ ਮਰਦ ਆਉਂਦਾ ਸੀ ਤਾਂ ਮਾਂ ਨੇ ਸਖਤੀ ਨਾਲ ਮਨਾ ਕੀਤਾ ਸੀ ਕਿ ਉਸ ਦੇ ਸਾਹਮਣੇ ਕਿਸੇ ਨੇ ਵੀ ਨਹੀਂ ਆਉਣਾ। ਪਰ ਮੈਂ ਖੁਦ ਨੂੰ ਸਭ ਤੋਂ ਛੋਟੀ ਸਮਝਦੀ ਸੀ ਤੇ ਇਸ ਗੱਲ ਦਾ ਫਾਇਦਾ ਵੀ ਉਠਾ ਲੈਂਦੀ ਸੀ। ਦੂਜਿਆਂ ਦੇ ਮੁਕਾਬਲੇ ਮਾਂ ਮੇਰੇ ਨਾਲ ਥੋੜੀ ਨਰਮੀ ਨਾਲ ਗੱਲ ਕਰਦੀ ਸੀ, ਪਰ ਐਨੀ ਵੀ ਨਹੀਂ ਕਿ ਮੈਂ ਸਿਰ ਤੇ ਹੀ ਚੜ ਜਾਵਾਂ। ਅਸੀਂ ਸਾਰਾ ਦਿਨ ਕਮਰੇ 'ਚ ਰਹੇ ਤੇ ਖਾਣਾ ਵੀ ਉੱਥੇ ਹੀ ਖਾਧਾ। ਅਸੀਂ ਸਾਰੇ ਇਸ ਗੱਲ ਤੋਂ ਅਣਜਾਣ ਸੀ ਕਿ ਮਾਂ ਆਖਰ ਕੀ ਬਣਵਾ ਰਹੀ ਹੈ, ਅਜਿਹਾ ਕੀ ਖਾਸ ਹੈ। ਪਰ ਇਹ ਰਾਜ ਵੀ ਰਾਤ ਨੂੰ ਖੁੱਲਿਆ, ਉਹ ਵੀ ਪੂਰਾ ਨਹੀਂ, ਬਸ ਅੱਧਾ ਅਧੂਰਾ। ਰਾਤ ਨੂੰ ਮਜ਼ਦੂਰਾਂ ਦੇ ਜਾਣ ਤੋਂ ਬਾਅਦ ਜਦੋਂ ਅਸੀਂ ਬਾਹਰ ਆਏ। ਦੋਸਤੋ, ਜੇਕਰ ਤੁਸੀਂ ਇਸ ਕਹਾਣੀ ਦਾ ਬਾਕੀ ਹਿੱਸਾ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ। ਧੰਨਵਾਦ।